ਵੈਲਕਮ ਸਟੂਡੈਂਟਸ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਲਗਾਤਾਰ ਜਿਹੜੀਆਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਵਾਲਾ ਤੁਹਾਡਾ ਪੋਰਸ਼ਨ ਆ ਟੈਟ ਦੇ ਵਿੱਚ ਉਹਦੀਆਂ ਵੀਡੀਓਜ਼ ਕਰ ਰਹੇ ਹਾਂ। ਤਾਂ ਅਸੀਂ ਸਾਈਕੋਲੋਜੀ ਤੇ ਡਿਵੈਲਪਮੈਂਟ ਦੀਆਂ ਕਾਫੀ ਸਾਰੀਆਂ ਜਿਹੜੀਆਂ ਕਨਸੈਪਟ ਕਲੀਅਰ ਕਰ ਚੁੱਕੇ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹਨਾਂ ਵੀਡੀਓਜ਼ ਤੋਂ ਫਾਇਦਾ ਹੁੰਦਾ ਹੋਵੇਗਾ। ਅੱਜ ਅਸੀਂ ਬਾਲ ਵਿਕਾਸ ਕਰ ਰਹੇ ਹਾਂ ਕਿਉਂਕਿ ਇਹ ਪੇਪਰ ਆ ਜਿਹੜਾ ਬੇਸਡ ਔਨ ਸਾਈਕੋਲੋਜੀਕਲ ਐਂਡ ਟੀਚਿੰਗ ਲਰਨਿੰਗ ਪ੍ਰੋਸੈਸ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਬਾਲ ਵਿਕਾਸ ਦਾ ਅਰਥ। ਬਾਲ ਵਿਕਾਸ ਜਿਹੜਾ ਇਹ ਬਾਲ ਮਨੋਵਿਗਿਆਨ ਦੀ ਇੱਕ ਸ਼ਾਖਾ ਹੈ ਕਿਉਂਕਿ ਮਨੋਵਿਗਿਆਨ ਦਾ ਅਰਥ ਸਾਨੂੰ ਪਤਾ ਐਜੂਕੇਸ਼ਨਲ ਸਾਈਕੋਲੋਜੀ ਅਸੀਂ ਕੀਤੀ ਆ, ਇਸੇ ਦੀ ਬ੍ਰਾਂਚ ਆ ਚਾਈਲਡ ਸਾਈਕੋਲੋਜੀ। ਇਸ ਦੁਆਰਾ ਵਿਵਹਾਰਾਂ, ਯੋਗਤਾਵਾਂ, ਰੁਚੀਆਂ, ਸਮੱਸਿਆਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ। ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਬੱਚੇ ਦੇ ਬਿਹੇਵੀਅਰ, ਉਸ ਦੀਆਂ ਜਿਹੜੀਆਂ ਕੈਪੈਸਿਟੀਜ਼, ਉਸ ਦੇ ਇੰਟਰਸਟ, ਉਸ ਦੀਆਂ ਪ੍ਰੋਬਲਮਸ, ਇਹ ਸਾਰੀਆਂ ਦੀ ਸਟੱਡੀ ਹੈ ਜਿਹੜੀ ਉਹ ਚਾਈਲਡ ਡਿਵੈਲਪਮੈਂਟ ਦੇ ਵਿੱਚ ਕੀਤੀ ਜਾਂਦੀ, ਚਾਈਲਡ ਸਾਈਕੋਲੋਜੀ ਦੇ ਵਿੱਚ ਕੀਤੀ ਜਾਂਦੀ ਹੈ। ਬਾਲ ਵਿਕਾਸ ਵਿੱਚ ਵਾਧਾ ਤੇ ਵਿਕਾਸ ਪੜਾਅ ਦਰ ਪੜਾਅ ਪਰਿਪੱਕ ਵੱਲ ਜਾਂਦਾ ਹੈ। ਜਿਹੜਾ ਬਾਲ ਵਿਕਾਸ ਅਸੀਂ ਜਦੋਂ ਕਰਦੇ ਹਾਂ ਇਹਦੇ ਵਿੱਚ ਗਰੋਥ ਐਂਡ ਡਿਵੈਲਪਮੈਂਟ ਆ ਜਿਹੜੀ ਉਹ ਸਟੈਪ ਬਾਏ ਸਟੈਪ ਮੈਚਿਓਰ ਹੁੰਦੀ। ਇਸ ਮੈਚਿਓਰਿਟੀ ਤੋਂ ਬਾਅਦ ਹੀ ਜਿਹੜਾ ਕੋਈ ਖਾਸ ਕਿਸਮ ਦਾ ਬਿਹੇਵੀਅਰ ਆ ਸਿੱਖਿਆ ਜਾਂਦਾ ਹੈ। ਉਦਾਹਰਨ ਲਈ ਚੱਲਣ ਲਈ ਸਰੀਰ ਦੇ ਵਿਭਿੰਨ ਅੰਗਾਂ ਦਾ ਸਮਾਯੋਜਨ ਦੀ ਲੋੜ ਹੁੰਦੀ ਹੈ। ਚੱਲਣਾ ਸਿੱਖਣਾ ਹੀ ਮੈਚਿਓਰਿਟੀ ਆ ਚੱਲਣਾ। ਤਾਂ ਉਹਦੇ ਲਈ ਸਾਨੂੰ ਆਪਣੇ ਹੱਥਾਂ ਤੇ ਪੈਰਾਂ ਦਾ ਤਾਲਮੇਲ ਆ ਜਿਹੜਾ ਉਹ ਬਿਠਾਉਣਾ ਪਊਗਾ। ਪਹਿਲਾਂ ਰੁੜਨਾ ਸਿੱਖਣਾ ਪਊਗਾ। ਮਾਸਪੇਸ਼ੀਆਂ ਨੇ ਲੱਤਾਂ ਦੀਆਂ ਉਹਨਾਂ ਨੂੰ ਮਜ਼ਬੂਤ ਜਿਹੜੀਆਂ ਹੋਣਗੀਆਂ ਤਾਂ ਹੀ ਅਸੀਂ ਤੁਰਨ ਸਿੱਖ ਸਕਦੇ ਹਾਂ। ਤਾਂ ਇਹਦੇ ਨਾਲ ਹੀ ਅਸੀਂ ਕਹਾਂਗੇ ਕਿ ਜਿਹੜਾ ਸਰੀਰ ਦੇ ਭਿੰਨ ਭਿੰਨ ਅੰਗਾਂ ਦੀ ਮਜ਼ਬੂਤੀ ਨਾਲ ਹੀ ਅਸੀਂ ਚੱਲਣ ਫਿਰਨ ਦੇ ਯੋਗ ਹੁੰਦੇ ਹਾਂ। ਤਾਂ ਇਹ ਸਾਰਾ ਕੀ ਆ, ਵਾਧਾ ਵਿਕਾਸ ਦਾ ਪੜਾਅ ਦਰ ਪੜਾਅ ਜਿਹੜਾ ਇਹ ਪਰਿਪੱਕਤਾ ਹੈ। ਬਾਲ ਵਿਕਾਸ ਜਿਹੜਾ ਹੈ ਉਹ ਫ੍ਰੈਂਚ ਸ਼ਬਦਾਂ ਵਿੱਚ ਅਸੀਂ ਇਹਦਾ ਭਾਵ ਲਈਏ ਤਾਂ ਬੱਚੇ ਦੇ ਵਾਧੇ ਤੇ ਵਿਕਾਸ ਤੋਂ ਇਹਦਾ ਮਤਲਬ ਆ। ਬੱਚੇ ਦੇ ਵਾਧੇ ਤੋਂ ਕੀ ਭਾਵ ਆ? ਕੋਸ਼ਿਕਾਵਾਂ ਵਿੱਚ ਹੋਣ ਵਾਲਾ ਵਾਧਾ। ਵਿਕਾਸ ਤੋਂ ਕੀ ਭਾਵ ਆ? ਵਿਅਕਤੀ ਵਿੱਚ ਹੋਣ ਵਾਲੇ ਸੰਪੂਰਨ ਪਰਿਵਰਤਨਾਂ ਤੋਂ। ਮੀਨਜ਼ ਉਹਦੀ ਜਿਹੜੇ ਵੀ ਉਸਦੇ ਬਿਹੇਵੀਅਰ 'ਚ ਹੋਣ, ਸਰੀਰਕ, ਮਾਨਸਿਕ, ਸਮਾਜਿਕ, ਕੋਈ ਵੀ ਉਹਦੇ ਬਿਹੇਵੀਅਰ ਦੇ ਵਿੱਚ ਪਰਿਵਰਤਨ ਹੋਣ ਤਾਂ ਉਹ ਵਿਕਾਸ ਹੁੰਦਾ ਹੈ। ਜਦੋਂ ਉਸਦਾ ਸਰੀਰ ਵੱਧਦਾ ਹੈ, ਅੰਗ ਪੈਰ ਵੱਧਦੇ ਨੇ, ਭਾਵ ਕੋਸ਼ਿਕਾਵਾਂ ਵੱਧਦੀਆਂ ਨੇ ਤਾਂ ਵਾਧਾ ਹੁੰਦਾ ਹੈ। ਤਾਂ ਇਹ ਦੋਨਾਂ ਦੇ ਵਿੱਚ ਇੰਨਾ ਕੁ ਡਿਫਰੈਂਸ ਆ, ਪਰ ਇਹ ਟਰਮਸ ਨਾਲੋਂ ਨਾਲ ਚੱਲਦੀਆਂ ਨੇ। ਫਿਰ ਅੱਗੇ ਅਸੀਂ ਕਹਿੰਦੇ ਕਿ ਜਿਹੜੀ ਇਹ ਪਰਿਭਾਸ਼ਾ ਦਿੱਤੀ ਗਈ ਆ ਬਾਲ ਮਨੋਵਿਗਿਆਨ ਦੀ, ਉਹਨਾਂ ਨੂੰ ਮਨੋਵਿਗਿਆਨੀਆਂ ਨੇ ਕਿਵੇਂ ਪੇਸ਼ ਕੀਤਾ ਹੈ? ਮਨੁੱਖੀ ਵਿਕਾਸ ਇੱਕ ਨਿਰੰਤਰ ਅਤੇ ਪ੍ਰਗਤੀਸ਼ੀਲ ਕਿਰਿਆ ਹੈ ਜਿਸ ਦੁਆਰਾ ਵਿਅਕਤੀ ਦਾ ਮਾਤਰਾਤਮਕ ਤੇ ਗੁਣਾਤਮਕ ਵਾਧਾ ਹੁੰਦਾ ਹੈ। ਨਵੀਆਂ ਨਵੀਆਂ ਯੋਗਤਾਵਾਂ, ਵਿਸ਼ੇਸ਼ਤਾਵਾਂ ਪ੍ਰਗਟ ਹੁੰਦੀਆਂ ਨੇ, ਉਸ ਦੇ ਵਿਵਹਾਰ ਵਿੱਚ ਪਰਿਵਰਤਨ ਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਕੁਆਲੀਟੇਟਿਵ ਤੇ ਕੁਆਂਟੀਟੇਟਿਵ ਜਿਹੜੀ ਡਿਵੈਲਪਮੈਂਟ ਆ ਉਹ ਦੋਨੇ ਤਰ੍ਹਾਂ ਦੀ ਹੁੰਦੀ ਆ। ਨਵੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਪਣਾ ਕੇ ਆਪਣੇ ਬਿਹੇਵੀਅਰ ਦੇ ਵਿੱਚ ਬੱਚਾ ਪਰਿਵਰਤਨ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਜਿਹੜਾ ਬਾਲ ਵਿਕਾਸ ਦਾ ਖੇਤਰ ਆ ਉਹ ਕਾਫੀ ਜ਼ਿਆਦਾ ਵਿਸਤ੍ਰਿਤ ਆ। ਅਸੀਂ ਕਹਿ ਸਕਦੇ ਹਾਂ ਕਿ ਇਹ ਕਨਸੈਪਟ ਆ ਜਿਹੜਾ ਮਹੱਤਵਪੂਰਨ ਆ। ਹੁਣ ਅਸੀਂ ਇਹਦਾ ਜਿਹੜਾ ਖੇਤਰ ਤੇ ਸੰਕਲਪ ਕਰਾਂਗੇ। ਬਾਲ ਵਿਕਾਸ ਦਾ ਖੇਤਰ ਅਤਿਅੰਤ ਵਿਆਪਕ ਤੇ ਵਿਸਤ੍ਰਿਤ ਆ। ਇਹ ਬੱਚਿਆਂ ਦੇ ਵਿਕਾਸ ਦੇ ਸਾਰੇ ਪਹਿਲੂਆਂ, ਰੂਪਾਂ, ਸਮਾਨਤਾਵਾਂ ਆਦਿ ਦਾ ਅਧਿਐਨ ਕਰਦਾ ਹੈ। ਇਹਦੇ ਵਿੱਚ ਕਿਹੜੀਆਂ ਗੱਲਾਂ ਸ਼ਾਮਲ ਹੁੰਦੀਆਂ ਨੇ? ਨੰਬਰ 1 ਤੇ ਭਿੰਨ ਭਿੰਨ ਪੜਾਵਾਂ ਦਾ ਅਧਿਐਨ ਕਰਦਾ ਹੈ ਡਿਵੈਲਪਮੈਂਟ ਦੀਆਂ ਦਾ। ਇਹਦੇ ਅਨੁਸਾਰ ਬੱਚੇ ਦੇ ਸਰੀਰਕ ਪਰਿਵਰਤਨਾਂ, ਅਸਮਾਨਤਾਵਾਂ, ਮਾਨਸਿਕ ਪ੍ਰਵਿਰਤੀਆਂ, ਪਰਿਪੱਕਤਾ, ਸਿੱਖਣ ਪ੍ਰਕਿਰਿਆ, ਵੰਸ਼ ਅਨੁਕ੍ਰਮਤਾ ਆਦਿ ਦਾ ਜਿਹੜਾ ਵਿਸਤ੍ਰਿਤ ਅਧਿਐਨ ਕੀਤਾ ਜਾਂਦਾ। ਸਟੇਜਿਸ ਆਫ ਡਿਵੈਲਪਮੈਂਟ ਨੇ ਜਿਹੜੀਆਂ ਉਹ ਇਹਦੇ ਵਿੱਚ ਅਧਿਐਨ ਕੀਤੀਆਂ ਜਾਂਦੀਆਂ ਨੇ। ਫਿਰ ਹੈਗਾ ਬਾਲ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਅਧਿਐਨ। ਪਹਿਲਾਂ ਤਾਂ ਸਟੇਜਿਸ ਦੇਖੀਆਂ ਜਾਂਦੀਆਂ ਨੇ ਕਿਸ ਤੋਂ ਮਤਲਬ ਵੱਧ ਕੇ ਜਿਹੜਾ ਬੱਚਾ ਹੈ ਅੱਗੇ ਡਿਵੈਲਪ ਹੋ ਰਿਹਾ ਹੈ।
ਕਿੱਥੋਂ ਤੋਂ ਕਿੱਥੇ ਤੱਕ ਡਿਵੈਲਪ ਹੋ ਰਿਹਾ, ਇਹ ਸਟੇਜਿਸ ਹੋ ਗਈਆਂ। ਇਸ ਤੋਂ ਬਾਅਦ ਕਿਹੜੇ ਕਿਹੜੇ ਜਿਹੜੇ ਤੱਤ ਨੇ ਉਹ ਉਸ ਨੂੰ ਪ੍ਰਭਾਵਿਤ ਕਰ ਰਹੇ ਨੇ ਉਸ ਦੇ ਡਿਵੈਲਪਮੈਂਟ ਨੂੰ। ਇਹਦੇ ਵਿੱਚ ਬੁੱਧੀ, ਵਾਤਾਵਰਨ, ਪ੍ਰੇਰਨਾ, ਸਿੱਖਣਾ, ਉਮਰ, ਲਿੰਗ ਆਦਿ ਦਾ ਅਧਿਐਨ ਬਾਲ ਵਿਕਾਸ ਦੁਆਰਾ ਹੀ ਕੀਤਾ ਜਾਂਦਾ ਹੈ। ਤਾਂ ਬੁੱਧੀ ਕਿਵੇਂ ਪ੍ਰਭਾਵਿਤ ਕਰਦੀ ਹੈ, ਵਾਤਾਵਰਨ ਕਿਵੇਂ ਪ੍ਰਭਾਵਿਤ ਕਰਦਾ, ਇਹ ਸਾਰੀਆਂ ਡਿਫਰੈਂਟ ਕਨਸੈਪਟ ਨੇ। ਤਾਂ ਇਹ ਸਾਰੇ ਨੇ ਜਿਹੜੇ ਇਹ ਬਾਲ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ। ਕਿਉਂਕਿ ਤੁਹਾਨੂੰ MCQs ਆਉਣ ਨੇ, ਦੇਖੋ ਬਿਲਕੁਲ ਜ਼ਰੂਰੀ ਆ ਕਿ ਤੁਸੀਂ ਕਨਸੈਪਟ ਕਲੀਅਰੈਂਸ ਕਰੋ ਪਹਿਲਾਂ, ਫਿਰ ਤੁਸੀਂ MCQ ਕਰਨ ਦੇ ਯੋਗ ਹੋ ਜਾਓਗੇ। ਕੋਈ ਰੱਟੇ ਲਗਾ ਕੇ MCQs ਨਹੀਂ ਹੁੰਦੇ। ਇੱਕ ਪ੍ਰੈਕਟਿਸ ਹੁੰਦੀ ਆ ਕਿ ਅਸੀਂ ਕਿਸ ਤਰ੍ਹਾਂ ਕਰਨੇ ਨੇ, ਕਿੰਨੇ ਟਾਈਮ ਦੇ ਵਿੱਚ ਅਸੀਂ ਆਨਸਰ ਦੇ ਸਕਦੇ, ਉਹ ਵੀ ਆਪਾਂ ਕਰਾਂਗੇ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਕਨਸੈਪਟ ਕਲੀਅਰੈਂਸ। ਤਾਂ ਜਿੰਨੀ ਦੇਰ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਕਿ ਪੇਪਰ 'ਚ ਕਿੱਥੋਂ ਕੁਐਸਚਨ, ਕਿਵੇਂ ਕੁਐਸਚਨ ਪੁੱਛੇ ਜਾ ਸਕਦੇ ਨੇ, ਕਿਹੜੇ ਜਿਹੜਾ ਸਬਜੈਕਟ ਮੈਟਰ ਉਹਦੇ 'ਚੋਂ ਕੁਐਸਚਨ ਪੁੱਛੇ ਜਾ ਸਕਦੇ, ਤੁਸੀਂ ਕਿਵੇਂ ਅਟੈਂਪਟ ਕਰ ਸਕਦੇ ਹੋ। ਤਾਂ ਇਸ ਲਈ ਜ਼ਰੂਰੀ ਆ ਕਿ ਕੋਈ ਵੀ ਟੀਚਰ ਐਲੀਜੀਬਿਲਟੀ ਟੈਸਟ ਦੇਣਾ ਹੈ, ਚਾਹੇ ਉਹ ETT ਦੇ ਬੇਸ 'ਤੇ ਆ, ਚਾਹੇ B.Ed ਦੇ ਬੇਸ 'ਤੇ ਆ। ਇਹਨਾਂ ਸਾਰਿਆਂ ਲਈ ਜ਼ਰੂਰੀ ਕੀ ਆ, ਬਾਲ ਵਿਕਾਸ ਜਿਹੜਾ ਪ੍ਰੋਗਰਾਮ ਆ ਇਹ ਜ਼ਰੂਰੀ ਆ। ਤਾਂ ਇਹ ਪੇਪਰ ਆ ਜਿਹੜਾ ਵੈਰੀ ਇੰਪੋਰਟੈਂਟ, ਇਸ ਨੂੰ ਧਿਆਨ ਨਾਲ ਤੁਸੀਂ ਕਰਨਾ ਹੈ। ਤਾਂ ਭਿੰਨ ਪਹਿਲੂਆਂ ਦਾ ਅਧਿਐਨ ਵੀ ਬਾਲ ਵਿਕਾਸ ਦੇ ਵਿੱਚ ਕੀਤਾ ਜਾਂਦਾ ਹੈ। ਬਾਲ ਵਿਕਾਸ ਜਿਹੜਾ ਡਿਵੈਲਪਮੈਂਟ ਪ੍ਰੋਗਰਾਮ ਉਹਦੇ ਵਿੱਚ ਕਿਸੇ ਇੱਕ ਵਿਸ਼ੇਸ਼ ਖੇਤਰ ਨਾਲ ਸੰਬੰਧਿਤ ਨਾ ਹੋ ਕੇ ਬੱਚੇ ਦੇ ਸਰੀਰਕ, ਮਾਨਸਿਕ, ਸੰਵੇਗਾਤਮਕ, ਸਮਾਜਿਕ, ਧਾਰਮਿਕ ਅਤੇ ਹੋਰ ਪੱਖਾਂ ਦਾ ਅਧਿਐਨ ਕਰਦਾ ਹੈ। ਅਲੱਗ-ਅਲੱਗ ਪਹਿਲੂਆਂ ਦਾ ਅਧਿਐਨ ਕਰਦਾ ਹੈ। ਅਲੱਗ-ਅਲੱਗ ਤੱਤ ਇਸ ਨੂੰ ਪ੍ਰਭਾਵਿਤ ਕਰਦੇ ਨੇ। ਮਾਨਸਿਕ ਤੰਦਰੁਸਤੀ ਦਾ ਅਧਿਐਨ ਵੀ ਇਸ ਦੇ ਵਿੱਚ ਕੀਤਾ ਜਾਂਦਾ ਹੈ। ਇਹਦੇ ਵਿੱਚ ਨਾ ਸਿਰਫ ਮਾਨਸਿਕ ਰੋਗਾਂ ਅਤੇ ਕਮਜ਼ੋਰੀਆਂ ਦਾ ਹੀ ਅਧਿਐਨ ਕੀਤਾ ਜਾਂਦਾ, ਸਗੋਂ ਮਨੋਵਿਗਿਆਨਕ ਤਰੀਕਿਆਂ ਨਾਲ ਉਪਚਾਰ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਫਿਰ ਬਾਲ ਅੰਤਰਕਿਰਿਆਵਾਂ ਦਾ ਅਧਿਐਨ ਬਾਲ ਵਿਕਾਸ ਬੱਚੇ ਦੀ ਉਮਰ ਦੇ ਭਿੰਨ ਪਹਿਲੂਆਂ 'ਤੇ ਹੋਣ ਵਾਲੀਆਂ ਅੰਤਰਕਿਰਿਆਵਾਂ ਦਾ ਅਧਿਐਨ ਕਰਦਾ ਹੈ। ਇਹ ਅੰਤਰਕਿਰਿਆਵਾਂ ਨੇ ਜਿਹੜੀਆਂ ਆਪਣੇ ਪਰਿਵਾਰ, ਸਾਥੀਆਂ, ਗੁਆਂਢ, ਸਾਕ ਸੰਬੰਧੀਆਂ ਅਤੇ ਹੋਰ ਸਮਾਜਿਕ ਅੰਸਰਾਂ ਨਾਲ ਹੋ ਸਕਦੀਆਂ ਨੇ। ਫਿਰ ਬੱਚੇ ਦੀਆਂ ਭਿੰਨ ਅਸਮਾਨਤਾਵਾਂ ਦਾ ਅਧਿਐਨ। ਬੱਚੇ ਕਈ ਤਰ੍ਹਾਂ ਦੇ ਹੁੰਦੇ ਨੇ, ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ। ਤਾਂ ਇਹ ਜਿਹੜੇ ਇਸ ਦੇ ਸੰਦਰਭ ਵਿੱਚ ਵਿਕਾਸ ਕ੍ਰਮ ਵਿੱਚ ਹੋਣ ਵਾਲੀਆਂ ਅਸਮਾਨਤਾਵਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਇਸ ਵਿੱਚ ਬੱਚੇ ਦੇ ਅਸੰਤੁਲਿਤ ਵਿਵਹਾਰ, ਮਾਨਸਿਕ ਵਿਕਾਰ, ਬੌਧਿਕ ਕਮੀਆਂ ਅਤੇ ਬਾਲ ਅਪਰਾਧਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਤਾਂ ਇਹ ਬਹੁਤ ਹੀ ਬਰੋਡ ਕਨਸੈਪਟ ਆ। ਫਿਰ ਹੈਗਾ ਬੱਚਿਆਂ ਦੀਆਂ ਰੁਚੀਆਂ ਦਾ ਅਧਿਐਨ। ਬਾਲ ਵਿਕਾਸ ਵਿੱਚ ਬੱਚਿਆਂ ਦੀਆਂ ਰੁਚੀਆਂ ਦਾ ਅਧਿਐਨ ਕਰਕੇ ਸਿੱਖਿਅਕ ਨਿਰਦੇਸ਼ਨ ਵੀ ਪ੍ਰਦਾਨ ਕੀਤੇ ਜਾਂਦੇ ਨੇ। ਸਿੱਖਿਅਕ ਨਿਰਦੇਸ਼ਨ ਮੀਨਸ ਜਿਹੜੀ ਸਾਡੀ ਟੀਚਿੰਗ ਮੈਥਡੋਲੋਜੀ ਆ ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਅਸੀਂ ਬੱਚਿਆਂ ਦੀਆਂ ਜਿਹੜੀਆਂ ਰੁਚੀਆਂ ਦਾ ਅਧਿਐਨ ਕਰ ਲੈਂਦੇ ਹਾਂ ਕਿ ਉਹ ਕੀ ਚਾਹੁੰਦੇ ਨੇ। ਉਸੇ ਮੁਤਾਬਕ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਚੇਂਜਿਸ ਆਉਂਦੀਆਂ ਨੇ। ਬੱਚਿਆਂ ਦੀਆਂ ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ। ਵਿਅਕਤੀਗਤ ਭਿੰਨਤਾਵਾਂ ਕਿਹੜੀਆਂ ਹੁੰਦੀਆਂ ਨੇ, ਜਿਵੇਂ ਲੰਬਾਈ, ਬੁੱਧੀ, ਰੁਚੀਆਂ, ਰੁਝਾਨਾਂ, ਪ੍ਰਤਿਭਾਵਾਂ ਆਦਿ। ਇਹਨਾਂ ਦੇ ਵਿੱਚ ਡਿਫਰੈਂਸਿਸ ਹੁੰਦੇ ਨੇ ਜਿਨ੍ਹਾਂ ਦਾ ਅਧਿਐਨ ਵੀ ਚਾਈਲਡ ਡਿਵੈਲਪਮੈਂਟ ਦੇ ਵਿੱਚ ਕੀਤਾ ਜਾਂਦਾ ਹੈ। ਬੱਚੇ ਦੇ ਅੰਤਰਮੁਖੀ, ਬਾਹਰਮੁਖੀ ਵਖਰੇਵੇਂ ਦਾ ਅਧਿਐਨ ਵੀ ਜਿਹੜਾ ਬਾਲ ਮਨੋਵਿਗਿਆਨ ਉਹਦੇ ਵਿੱਚ ਹੀ ਕੀਤਾ ਜਾਂਦਾ ਹੈ। ਫਿਰ ਬੱਚਿਆਂ ਦੀ ਸ਼ਖਸੀਅਤ ਦਾ ਮੁਲਾਂਕਣ, ਜਿਹੜਾ ਬਾਲ ਵਿਕਾਸ ਜਾਂ ਬਾਲ ਮਨੋਵਿਗਿਆਨ ਆ, ਇਸ ਦੇ ਅੰਤਰਗਤ ਸਰੀਰਕ, ਮਾਨਸਿਕ, ਸੰਵੇਗਾਤਮਕ ਆਦਿ ਯੋਗਤਾਵਾਂ ਦਾ ਮਾਪ ਤੇ ਮੁਲਾਂਕਣ ਆਉਂਦੇ ਨੇ। ਤਾਂ ਇਹਨਾਂ ਰਾਹੀਂ ਹੀ ਅਸੀਂ ਬੱਚੇ ਦੀ ਸ਼ਖਸੀਅਤ ਦਾ ਮੁਲਾਂਕਣ ਕਰ ਸਕਦੇ ਹਾਂ। ਬੱਚੇ ਮਾਪੇ ਸੰਬੰਧਾਂ ਦਾ ਅਧਿਐਨ। ਇਸ ਤੋਂ ਬਾਅਦ ਇਹ ਵੀ ਇਸ ਦਾ ਵਿਸ਼ਾ ਵਸਤੂ ਆ ਕਿ ਕਿਉਂਕਿ ਮਾਪੇ ਨੇ ਜਿਹੜੇ ਬੱਚੇ ਦੇ ਪਹਿਲੇ ਅਧਿਆਪਕ ਹੁੰਦੇ ਨੇ, ਇਸ ਲਈ ਉਹਨਾਂ ਦੇ ਸੰਬੰਧ ਦਾ ਅਧਿਐਨ ਕਰਕੇ ਬੱਚਿਆਂ ਦੇ ਵਿਕਾਸ ਦੇ ਪੱਧਰ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਕਿਸ ਤਰ੍ਹਾਂ ਦਾ ਸੰਬੰਧ ਰਿਹਾ ਹੈ ਬੱਚਿਆਂ ਨਾਲ ਪੇਰੈਂਟਸ ਦਾ। ਇਸੇ ਆਧਾਰ ਦੇ ਉੱਤੇ ਬੱਚਾ ਰਾਸ਼ਟਰ ਨਾਗਰਿਕ ਰੂਪ ਦੇ ਵਿੱਚ ਵਿਕਸਿਤ ਹੁੰਦਾ ਹੈ। ਤਾਂ ਬਾਲ ਵਿਕਾਸ ਦੇ ਅਧਿਐਨ ਦਾ ਮਹੱਤਵ ਵਰਤਮਾਨ ਸਮੇਂ 'ਚ ਜਿਉਂ-ਜਿਉਂ ਸਿੱਖਿਆ ਦਾ ਆਧੁਨਿਕੀਕਰਨ ਹੋ ਰਿਹਾ ਹੈ ਤਿਉਂ-ਤਿਉਂ ਇਸ ਦਾ ਮਹੱਤਵ ਵੱਧ ਰਿਹਾ ਹੈ। ਕਰੋ ਦੀ ਡੈਫੀਨੇਸ਼ਨ ਦੇਖ ਰਹੇ ਹਾਂ ਅਸੀਂ। ਵਿਅਕਤੀ ਅਤੇ ਸਮਾਜ ਦੇ ਭਲੇ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਮਨੋਵਿਗਿਆਨ ਅਧਿਆਪਕ, ਮਾਪੇ, ਸਮਾਜਿਕ ਕਾਰਜਕਰਤਾ ਵੀ ਬਾਲ ਵਿਕਾਸ ਦੇ ਅਧਿਐਨ ਨੂੰ ਮਹੱਤਵ ਦੇਣ ਲੱਗੇ ਹਨ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਹਰੇਕ ਰਾਸ਼ਟਰ ਦੀ ਆਧਾਰਸ਼ਿਲਾ ਉਸ ਦੇ ਸਮਾਜ ਦਾ ਬੱਚਾ ਹੁੰਦਾ ਹੈ।
ਆਪਣੇ ਬੱਚੇ ਨੂੰ ਇੱਕ ਚੰਗਾ ਤੇ ਸੱਚਾ ਨਾਗਰਿਕ ਬਣਾਉਣ ਲਈ ਮਾਤਾ ਪਿਤਾ ਵੀ ਪੂਰੀ ਕੋਸ਼ਿਸ਼ ਕਰ ਸਕਦੇ ਨੇ। ਤਾਂ ਮਾਤਾ ਪਿਤਾ ਲਈ ਹੇਠ ਲਿਖੀਆਂ ਗੱਲਾਂ ਨੇ ਜਿਹੜੀਆਂ ਉਹ ਮਹੱਤਵਪੂਰਨ ਹੋ ਸਕਦੀਆਂ ਨੇ। ਤਾਂ ਇਹਨਾਂ ਪੱਖਾਂ ਨੂੰ ਵੀ ਅਸੀਂ ਦੇਖ ਲੈਂਦੇ ਹਾਂ ਥੋੜ੍ਹਾ ਜਿਹਾ। ਇਹਦੇ ਨਾਲ ਕੀ ਆ, ਬੱਚੇ ਦੇ ਪਾਲਣ ਪੋਸ਼ਣ ਦਾ ਗਿਆਨ ਮਿਲ ਜਾਂਦਾ। ਜਿਵੇਂ ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਹੁੰਦਾ। ਜੇ ਮਾਪੇ ਨੇ ਜਿਹੜੇ ਬਚਪਨ ਤੋਂ ਹੀ ਬੱਚੇ ਨੂੰ ਸਨੇਹੀ ਪਾਲਣਹਾਰ ਦੇ ਤੌਰ 'ਤੇ ਪਾਲਣਾ ਕਰਦੇ ਨੇ ਤਾਂ ਜਿਹੜਾ ਬੱਚੇ ਦਾ ਵਿਕਾਸ ਆ ਜਿਹੜਾ ਅੱਗੇ ਵੱਧਦਾ, ਪ੍ਰੋਗਰੈਸਿਵ ਜਿਹੜੀ ਡਿਵੈਲਪਮੈਂਟ ਬੱਚੇ ਦੀ ਹੁੰਦੀ ਹੈ। ਫਿਰ ਹੈਗਾ ਵਿਕਾਸਾਤਮਕ ਕਿਰਿਆਵਾਂ ਦਾ ਗਿਆਨ ਪ੍ਰਾਪਤ ਕਰਨਾ। ਕਿਹੜੀਆਂ ਕਿਰਿਆਵਾਂ ਨੇ ਜਿਨ੍ਹਾਂ ਨਾਲ ਸਹੀ ਢੰਗ ਨਾਲ ਵਿਕਸਿਤ ਹੋ ਸਕਦਾ ਹੈ ਬੱਚਾ। ਤਾਂ ਬੱਚੇ ਦੇ ਜੀਵਨ ਦੀ ਮੁੱਢਲੀ ਅਵਸਥਾ ਹੈ ਜਿਹੜੀ ਇਸ ਤਰ੍ਹਾਂ ਦਾ ਪੜਾਅ ਹੁੰਦਾ ਹੈ ਜਿਹਦੇ ਵਿੱਚ ਬੱਚੇ ਦੇ ਵਿਸ਼ੇਸ਼ ਗੁਣ, ਔਗਣ, ਰੁਚੀਆਂ ਆਦਿ ਦੀ ਪਛਾਣ ਕੀਤੀ ਜਾਂਦੀ ਹੈ। ਇਸੇ ਪੜਾਅ ਵਿੱਚ ਬੱਚੇ ਦੀ ਭਾਸ਼ਾ ਦੇ ਵਿਕਾਸ ਵੱਲ ਵੀ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਉਸ 'ਚ ਭਾਸ਼ਾ ਦੋਸ਼ ਪੈਦਾ ਹੋ ਜਾਂਦੇ ਨੇ। ਜੇ ਤੁਸੀਂ ਬੱਚੇ ਆਪਣੇ ਘਰ 'ਚ ਆਂਢ ਗੁਆਂਢ ਆਲੇ ਦੁਆਲੇ ਬੱਚਿਆਂ ਨੂੰ ਜੇ ਤੁਸੀਂ ਓਬਜ਼ਰਵ ਕਰੋ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਦਿਖਾਈ ਦੇਣਗੀਆਂ। ਉਹਨਾਂ ਦੀ ਡਿਵੈਲਪਮੈਂਟ, ਉਹਨਾਂ ਦੀ ਗਰੋਥ, ਇਹ ਸਾਰਾ ਕੰਸੈਪਟ ਆ ਜਿਹੜਾ ਪ੍ਰੈਕਟੀਕਲੀ ਆ, ਸੋਸ਼ਲੀ ਆ। ਅਸੀਂ ਟੀਚਿੰਗ ਲਾਈਨ ਦੇ ਵਿੱਚ ਹੁੰਦੇ ਹੋਏ ਇਹਨੂੰ ਓਬਜ਼ਰਵ ਸਮਾਜ ਦੇ ਵਿੱਚ ਕਰੀਏ ਤਾਂ ਸਾਨੂੰ ਇਹ ਚੀਜ਼ਾਂ ਇੰਨੀਆਂ ਥਿਊਰੀ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ। ਤਾਂ ਇੱਕ ਸਿਰਫ ਗਾਈਡਲਾਈਨਸ ਹੁੰਦੀਆਂ ਨੇ ਕਿ ਅਸੀਂ ਹਾਂਜੀ ਇਹ ਚੀਜ਼ਾਂ ਦੇਖਣੀਆਂ ਨੇ। ਤਾਂ ਇਹਨਾਂ ਨੂੰ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਅਲੱਗ-ਅਲੱਗ ਥਾਵਾਂ 'ਤੇ ਜਿਹੜਾ ਅਵਲੋਕਨ ਆ ਉਹ ਕਰ ਸਕਦੇ ਹੋ। ਫਿਰ ਵਿਕਾਸ ਅਵਸਥਾਵਾਂ ਦਾ ਗਿਆਨ, ਜਿਹੜਾ ਚਾਈਲਡ ਸਾਈਕੋਲੋਜੀ ਆ, ਇਹ ਪੇਰੈਂਟਸ ਨੂੰ ਬੱਚੇ ਦੇ ਵਿਕਾਸ ਦੀਆਂ ਜਿਹੜੀਆਂ ਅਵਸਥਾਵਾਂ ਨੇ ਉਹਨਾਂ ਦੀ ਨੌਲੇਜ ਪ੍ਰੋਵਾਈਡ ਕਰਦਾ ਕਿ ਗਰਭ ਅਵਸਥਾ ਤੋਂ ਸ਼ੁਰੂ ਹੋ ਕੇ ਕਿਹੜੇ ਵਿਕਾਸ ਦੇ ਪੱਧਰ ਨੇ ਜਿਨ੍ਹਾਂ ਵੱਲ ਬੱਚੇ ਦਾ ਜਿਹੜਾ ਵਾਧਾ ਹੋਣ ਜਾ ਰਿਹਾ ਹੈ। ਫਿਰ ਬੱਚੇ ਦੇ ਵਿਕਾਸ ਦੀ ਭਵਿੱਖਬਾਣੀ, ਬੱਚਾ ਪ੍ਰਤਿਭਾਸ਼ਾਲੀ ਹੋਵੇਗਾ, ਸਧਾਰਨ ਹੋਵੇਗਾ ਜਾਂ ਘੱਟ ਬੁੱਧੀ ਵਾਲਾ ਹੋਵੇਗਾ, ਇਸ ਚੀਜ਼ਾਂ ਦਾ ਅਨੁਮਾਨ ਜਿਹੜਾ ਬਾਲ ਵਿਕਾਸ ਦੁਆਰਾ ਲਗਾਇਆ ਜਾਂਦਾ। ਕਿਵੇਂ ਲਗਾਇਆ ਜਾਂਦਾ? ਕਿਉਂਕਿ ਇਹਦੇ ਵਿੱਚ ਅਸੀਂ ਜਿਹੜੇ ਕੁਆਲੀਟੇਟਿਵ ਜਿਹੜੀ ਮੇਜ਼ਰਮੈਂਟ ਆ ਜਾਂ ਕੁਆਲੀਟੇਟਿਵ ਜਿਹੜੀ ਇਵੈਲੂਏਸ਼ਨ ਆ ਉਹਦੇ ਰਾਹੀਂ ਅਸੀਂ ਬੱਚੇ ਦੇ ਗੁਣ ਔਗਣਾਂ ਦਾ ਪਤਾ ਲਗਾ ਲੈਂਦੇ ਹਾਂ ਅਤੇ ਉਹਦੇ ਤੋਂ ਹੀ ਅਸੀਂ ਅੱਗੇ ਅੰਦਾਜ਼ੇ ਜਿਹੜੇ ਨੇ ਉਹ ਲਗਾ ਸਕਦੇ ਹਾਂ। ਬੱਚਿਆਂ ਦੀ ਇਹਦੇ ਵਿੱਚ ਲੰਬਾਈ, ਭਾਰ, ਬੁੱਧੀ, ਰੁਚੀ, ਸਰੀਰਕ ਤੇ ਮਾਨਸਿਕ ਯੋਗਤਾਵਾਂ ਆਦਿ ਦਾ ਅਨੁਮਾਨ ਆ ਜਿਹੜਾ ਉਸ ਕਾਰਜ ਦੇ ਕਰਨ ਦੇ ਤਰੀਕਿਆਂ ਤੋਂ ਲਗਾਇਆ ਜਾ ਸਕਦਾ ਹੈ। ਕਿਵੇਂ ਕਾਰਜ ਕਰਦਾ ਹੈ ਬੱਚਾ, ਇਸ ਨੂੰ ਓਬਜ਼ਰਵ ਕਰਕੇ। ਫਿਰ ਹੈਗਾ ਬੱਚਿਆਂ ਦੇ ਸੁਭਾਅ ਨੂੰ ਸਮਝਣ ਵਿੱਚ ਸਹਾਇਕ। ਬੱਚੇ ਦੇ ਸੁਭਾਅ ਵਿਕਾਸ ਦੀਆਂ ਭਿੰਨ ਅਵਸਥਾਵਾਂ ਵਿੱਚ ਪਰਿਵਰਤਿਤ ਹੁੰਦੇ ਰਹਿੰਦੇ ਨੇ। ਬੱਚਾ ਬਾਹਰ ਮੁਖੀ ਆ ਜਾਂ ਅੰਦਰ ਮੁਖੀ ਆ, ਚੰਚਲ ਆ, ਭਾਵਾਤਮਕ ਆ, ਇਹ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਕੇ ਹੀ ਅਸੀਂ ਉਚਿਤ ਨਿਰਣੇ ਤੇ ਪਹੁੰਚ ਸਕਦੇ ਹਾਂ ਤੇ ਬੱਚੇ ਨੂੰ ਅਗਵਾਈ ਦੇ ਸਕਦੇ ਹਾਂ। ਜੇਕਰ ਉਹਨਾਂ ਨੂੰ ਸਹੀ ਅਗਵਾਈ ਨਾ ਮਿਲੇ ਤਾਂ ਉਹਨਾਂ ਦਾ ਵਿਕਾਸ ਕੀ ਹੈ, ਰੁਕ ਜਾਂਦਾ ਹੈ। ਇਸ ਲਈ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਫਿਰ ਪਰਿਵਾਰ ਤੇ ਸਮਾਜ ਲਈ ਸਹਾਇਕ ਬਾਲ ਵਿਕਾਸ ਅਧਿਐਨ ਆ ਜਿਹੜਾ ਬੱਚਿਆਂ ਦੇ ਉਚਿਤ ਵਿਕਾਸ ਦੁਆਰਾ ਪਰਿਵਾਰ ਤੇ ਸਮਾਜ ਦੀ ਸੁੱਖ ਸ਼ਾਂਤੀ ਵਿੱਚ ਵੀ ਵਾਧਾ ਕਰਦਾ ਹੈ। ਬੱਚਾ ਅਤੀ ਕੋਮਲ ਹੁੰਦਾ ਹੈ, ਮਾਸੂਮ ਹੁੰਦਾ ਹੈ। ਬਚਪਨ ਵਿੱਚ ਜਿਸ ਪ੍ਰਕਾਰ ਦੇ ਉਸ ਨੂੰ ਸੰਸਕਾਰ ਮਿਲਦੇ ਨੇ ਉਸੇ ਪ੍ਰਕਾਰ ਹੀ ਉਹ ਆਪਣੇ ਆਪ ਨੂੰ ਢਾਲ ਲੈਂਦਾ ਹੈ, ਉਸੇ ਤਰ੍ਹਾਂ ਦਾ ਉਹ ਬਣ ਜਾਂਦਾ ਹੈ। ਅੱਗੇ ਹੈਗੀ ਆ ਬਾਲ ਅਧਿਐਨ ਦੀ ਲੋੜ। ਇਸ ਦੁਆਰਾ ਬੱਚਿਆਂ ਨੂੰ ਉਚਿਤ ਸਮੇਂ 'ਤੇ ਸਿੱਖਿਆ ਦਿੱਤੀ ਜਾਂਦੀ ਹੈ। ਜੇ ਇਸ ਦੀ ਜਿਹੜੀ ਅਧਿਆਪਕ ਨੂੰ ਇਸ ਦੀ ਨੌਲੇਜ ਹੋਊਗੀ ਤਾਂ ਬੱਚਿਆਂ ਨੂੰ ਸਹੀ ਢੰਗ ਨਾਲ ਗਾਈਡ ਕਰ ਸਕਦਾ ਹੈ। ਸਿੱਖਣ ਦੀ ਪ੍ਰਪੱਕਤਾ ਮੌਲਿਕ ਰੂਪ 'ਚ ਜ਼ਰੂਰੀ ਆ। ਮੌਲਿਕ ਰੂਪ ਕੀ ਹੁੰਦਾ? ਜਿਹਨੂੰ ਅਸਲੀਅਤ 'ਚ ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਅਪਲਾਈ ਕਰ ਸਕੀਏ। ਅਸਲ ਖਾਲਸ ਜਨਮ ਤੋਂ ਬਾਅਦ ਹੀ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਤੇ ਪ੍ਰਪੱਕਤਾ ਵੱਲ ਵੱਧਦੀ ਆ ਹੌਲੀ ਹੌਲੀ। ਬਾਲ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਬਣਾਉਣ ਲਈ ਵੀ ਬਾਲ ਅਧਿਐਨ ਦੀ ਜ਼ਰੂਰਤ ਆ। ਬੱਚੇ ਦੇ ਭਿੰਨ ਪਹਿਲੂਆਂ ਤੇ ਵਿਕਾਸ ਦਾ ਜਦੋਂ ਸਾਨੂੰ ਪਤਾ ਲੱਗਦਾ ਹੈ ਤਾਂ ਅਸੀਂ ਉਸੇ ਤਰੀਕੇ ਨਾਲ ਬੱਚਿਆਂ ਦਾ ਵਿਕਾਸ ਆ ਜਿਹੜਾ ਉਹ ਕਰਨਾ ਚਾਹੁੰਦੇ ਹੁੰਦੇ ਆ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਾਲ ਅਧਿਐਨ ਜ਼ਰੂਰੀ ਹੈ। ਜੇ ਗਿਆਨ ਹੋ ਜਾਵੇ ਕਿ ਬੱਚਾ ਕਿਸ ਉਮਰ ਵਿੱਚ ਪੜ੍ਹਨਾ ਲਿਖਣਾ ਸਿੱਖ ਸਕਦਾ, ਉਸ ਦੀ ਉਮਰ ਵਿੱਚ ਬੱਚੇ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਕਿਸ ਤਰ੍ਹਾਂ ਡਿਵੈਲਪ ਹੋ ਸਕਦੇ ਨੇ, ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਈਜ਼ੀਲੀ ਹੋ ਜਾਣਗੀਆਂ ਜੇ ਸਾਨੂੰ ਬਾਲ ਅਧਿਐਨ ਜਿਹੜਾ ਬਾਲ ਮਨੋਵਿਗਿਆਨ ਉਸ ਦੀ ਨੌਲੇਜ ਹੋਊਗੀ। ਬੱਚਿਆਂ ਦੇ ਵਿਕਾਸ ਦੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਬੱਚੇ ਅਧਿਐਨ ਦੁਆਰਾ ਹੀ ਵਿਵਹਾਰ, ਯੋਗਤਾਵਾਂ, ਆਚਰਣ ਤੇ ਵਿਕਾਸ ਆ ਜਿਹੜਾ ਉਹ ਕਰ ਸਕਦੇ ਨੇ ਤੇ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਬਾਲ ਮਨੋਵਿਗਿਆਨ ਦੁਆਰਾ ਹੀ ਸਾਨੂੰ ਮਿਲਦੀ ਆ। ਤਾਂ ਇਹ ਸੀਗਾ ਕਨਸੈਪਟ ਆਫ ਚਾਈਲਡ ਡਿਵੈਲਪਮੈਂਟ, ਜਿਹਦੇ ਵਿੱਚ ਅਸੀਂ ਇਸ ਦਾ ਮੀਨਿੰਗ, ਇਸ ਦਾ ਸਕੋਪ ਤੇ ਇਸ ਦਾ ਜਿਹੜਾ ਇਹ ਨੀਡ ਕੀਤੀ ਆ।
ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਆ ਜਿਹੜੀ ਉਹ ਹੈਲਪਫੁਲ ਹੋਊਗੀ। ਪਸੰਦ ਨਾ ਪਸੰਦ ਦੀ ਟੀਚਿੰਗ ਜਿਹੜੀ ਲਰਨਿੰਗ ਹੁੰਦੀ ਆ ਉਹਦੇ ਵਿੱਚ ਇੰਨੀ ਉਹ ਨਹੀਂ ਅਹਿਮੀਅਤ ਹੁੰਦੀ ਕਿ ਤੁਹਾਨੂੰ ਕਿਹੜਾ ਚੀਜ਼ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਪਸੰਦ ਆ ਨਹੀਂ ਪਸੰਦ। ਤੁਸੀਂ ਮੇਰੇ ਖਿਆਲ 'ਚ ਤਾਂ ਇਹੀ ਆ ਕਿ ਤੁਸੀਂ ਇੰਨਾ ਸੋਚੋ ਕਿ ਤੁਹਾਨੂੰ ਕਨਸੈਪਟ ਸਮਝ ਆ ਰਿਹਾ ਹੈ, ਤੁਸੀਂ ਲਰਨਿੰਗ ਕਰ ਰਹੇ ਹੋ, ਸਿੱਖ ਰਹੇ ਹੋ, ਕੁਛ ਤੁਹਾਡੀ ਡਿਵੈਲਪਮੈਂਟ ਹੋ ਰਹੀ ਆ। ਦੈਟਸ ਆਲ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਫਿਰ ਮਿਲਦੇ ਹਾਂ। ਥੈਂਕਸ।